ਸੰਤ ਹਥਿਆਰ ਲੈ ਕੇ ਕਿਉਂ ਗਏ? ਅਕਾਲ ਤਖਤ ਸਾਹਿਬ ਬਣਿਆ ਹੀ ਹਥਿਆਰਾਂ ਲਈ ਹੈ। ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਥੋੜਾ ਪਰੇ ਤੇ ਨੀਵੇਂ ਥਾਂ ਆ। ਅਕਾਲ ਤਖਤ ਸਾਹਿਬ ਦੇ ਇੰਨੀ ਮਰਿਆਦਾ ਹੈ, ਉੱਥੇ ਪੈਂਟ ਪਾ ਕੇ ਕੋਈ ਮਨੁੱਖ ਨਹੀਂ ਜਾ ਸਕਦਾ। ਅੰਮ੍ਰਿਤਧਾਰੀ ਹੋਣਾ ਭਾਵ ਉਹਦੇ ਕੋਲ ਸ਼ਸਤਰ ਜ਼ਰੂਰ ਹੋਣਾ ਚਾਹੀਦਾ। ਜੇ ਉਸ ਤਖਤ ਸਾਹਿਬ ਤੇ ਜਾਣਾ ਹੈ ਤਾਂ ਉਹਦੇ ਕੋਲ ਕਿਰਪਾਨ ਜ਼ਰੂਰ ਹੋਣੀ ਚਾਹੀਦੀ ਹੈ। ਜਿਹੜੇ ਦੂਜੇ ਵੀ 4 ਤਖਤ ਨੇ, ਹਜੂਰ ਸਾਹਿਬ ਹੈ, ਕੇਸਗੜ੍ਹ ਸਾਹਿਬ ਹੈ, ਪਟਨਾ ਸਾਹਿਬ ਹੈ, ਇਹਨਾਂ ਸਾਰਿਆਂ ਤਖਤਾਂ ਤੇ ਜਿੱਥੇ ਐਕਚੁਅਲ ਤਖਤ ਸਾਹਿਬ ਨੇ ਉਹਨਾਂ ਤੇ ਕੇਵਲ ਔਰ ਕੇਵਲ ਸ਼ਸਤਰ ਪ੍ਰਕਾਸ਼ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਹਰ ਤੇ ਨੀਵੀਂ ਜਗ੍ਹਾ ਤੇ ਥੋੜੇ ਨਾਲ ਲੱਗਦੇ ਆ। ਕੌਣ ਕਹਿ ਸਕਦਾ ਸ਼ਸਤਰ ਲੈ ਕੇ ਅਸੀਂ ਤਖਤ ਤੇ ਨਹੀਂ ਜਾ ਸਕਦੇ? ਸਾਡਾ ਨਿਸ਼ਾਨ ਸਾਹਿਬ ਨਹੀਂ ਚੜ੍ਹਦਾ ਜਿੰਨੀ ਦੇਰ ਤੱਕ ਉਹਦੇ ਉੱਤੇ ਸਿਰੇ ਦੇ ਉੱਤੇ ਖੰਡਾ ਨਹੀਂ, ਸ਼ਸਤਰ ਨਹੀਂ। ਅਰਦਾਸ ਕਰਦਿਆਂ ਕੜਾਹ ਪ੍ਰਸ਼ਾਦ ਉਨੀ ਦੇਰ ਤੱਕ ਪ੍ਰਵਾਨ ਨਹੀਂ ਹੁੰਦਾ, ਉਨੀ ਦੇਰ ਤੱਕ ਵਰਤਾਇਆ ਨਹੀਂ ਜਾਂਦਾ ਜਿੰਨੀ ਦੇਰ ਤੱਕ ਉਹ ਸ਼ਸਤਰ ਦੀ ਭੇਟ ਨਹੀਂ ਚੜ੍ਹਦਾ। ਸਿੱਖ ਉਨੀ ਦੇਰ ਤੱਕ ਅੰਮ੍ਰਿਤ ਛਕ ਨਹੀਂ ਸਕਦਾ, ਛਕਾ ਨਹੀਂ ਸਕਦਾ ਜਿੰਨੀ ਦੇਰ ਤੱਕ ਉਹ ਸ਼ਸਤਰ ਧਾਰੀ ਨਹੀਂ। ਤੇ 38 ਹੋਰ ਗੁਰਦੁਆਰਿਆਂ ਤੇ ਪਲੱਸ 38 ਹੋਰ ਜਿਹੜੇ ਪਿੰਡਾਂ ਵਿੱਚ ਵੱਡੇ ਗੁਰਦੁਆਰੇ ਉਹਨਾਂ ਦੇ ਉੱਤੇ ਜਿਹੜੇ ਟੈਂਕ ਤੋਪਾਂ ਚਾੜੇ ਗਏ, ਉੱਥੋਂ ਕਿਹਨੂੰ ਲੱਜਦੇ ਸਨ? ਟੈਂਕ ਤੋਪਾਂ ਬਖਤਰਬੰਦ ਗੱਡੀਆਂ ਸਾਰਿਆਂ ਲੋਕਲ ਗੁਰਦੁਆਰਿਆਂ ਦੇ ਉੱਤੇ ਲਾ ਦਿੱਤੀਆਂ, ਕੁਛ ਇੱਕ ਦੀਆਂ ਕੰਧਾਂ ਵੀ ਢਾਹ ਦਿੱਤੀਆਂ ਗਈਆਂ। ਅੰਮ੍ਰਿਤਸਰ ਸਾਹਿਬ ਤੋਂ 25 ਕਿਲੋਮੀਟਰ ਦੂਰ ਗੋਲੇਵਾਲ ਪਿੰਡ ਦੇ ਲਾਗੇ ਤਕਰੀਬਨ 50,000 ਦੇ ਲਗਭਗ ਸਿੱਖਾਂ ਦਾ ਇਕੱਠ ਹੋਇਆ। ਜਦੋਂ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਬਖਤਰਬੰਦ ਗੱਡੀਆਂ, ਤੋਪਾਂ, ਗੰਨਾਂ ਬੀੜ ਕੇ 50,000 ਲੋਕਾਂ ਦੇ ਇਕੱਠ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਤਿੱਤਰ-ਬਿੱਤਰ ਕੀਤਾ, ਦੌੜਾਇਆ। 30,000 ਦਾ ਇਕੱਠ ਸਿੱਖਾਂ ਦਾ ਗੁਰਦਾਸਪੁਰ ਸਾਹਿਬ ਹੋਇਆ। 20,000 ਦਾ ਇਕੱਠ ਚੌਂਕ ਮਹਿਤੇ ਹੋਇਆ। 30,000 ਤੋਂ ਉੱਪਰ ਹਰੀਕੇ ਪੱਤਣ ਤੇ ਇਕੱਠ ਹੋਇਆ ਤੇ ਉਹਨਾਂ ਸਾਰਿਆਂ ਤੇ ਉੱਪਰੋਂ ਹੈਲੀਕਾਪਟਰ ਚਾੜ ਕੇ, ਟੈਂਕਾਂ ਤੋਪਾਂ ਨਾਲ ਗੱਡੀਆਂ ਦੇ ਉੱਤੇ ਚਾੜ ਕੇ, ਗੱਡੀਆਂ ਮਸ਼ੀਨ ਗੰਨਾਂ ਬੀੜ ਕੇ ਜਿਹੜਾ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ। ਸੰਤ ਹਥਿਆਰ ਲੈ ਕੇ ਕਿਉਂ ਗਏ? ਇੱਕ ਇਹ ਵੀ ਗੱਲ ਆਉਂਦੀ ਆ ਅਕਾਲ ਤਖਤ ਸਾਹਿਬ ਤੇ। ਮੈਂ ਬੇਨਤੀ ਕਰਾਂ, ਅਕਾਲ ਤਖਤ ਸਾਹਿਬ ਉਹ ਤਖਤ ਹੈ ਜਿੱਥੋਂ ਪਹਿਲਾ ਹੁਕਮਨਾਮਾ ਜਦੋਂ ਜਾਰੀ ਹੋਇਆ, ਉਹ ਹੁਕਮਨਾਮਾ ਹੀ ਜਾਰੀ ਹੋਇਆ। ਹਰ ਸਿੱਖ ਜਿਹੜਾ ਉਹ ਚੰਗੇ ਸ਼ਾਸਤਰ ਤੇ ਚੰਗੇ ਘੋੜੇ ਲੈ ਕੇ, ਚੰਗੀ ਜਵਾਨੀਆਂ ਲੈ ਕੇ ਅਕਾਲ ਤਖਤ ਸਾਹਿਬ ਪਹੁੰਚੋ। ਅਕਾਲ ਤਖਤ ਸਾਹਿਬ ਤੋਂ ਹੀ ਸ਼ਸਤਰ ਲਿਆਉਣ ਦਾ, ਸ਼ਸਤਰ ਰੱਖਣ ਦਾ ਸੱਦਾ ਪਹਿਲਾਂ ਦਿੱਤਾ ਗਿਆ। ਔਰ ਉਹ ਤੋਂ ਬਾਅਦ ਨਾਲੇ ਵੀ ਬੇਨਤੀ ਕਰਾਂ, ਅਕਾਲ ਤਖਤ ਸਾਹਿਬ ਖਿਮਾ ਕਰਨੀ ਬਣਿਆ ਹੀ ਹਥਿਆਰਾਂ ਲਈ ਹੈ। ਜੇ ਨਹੀਂ ਤੇ ਤੁਸੀਂ ਅੱਜ ਵੀ ਜਾ ਕੇ ਵੇਖ ਸਕਦੇ ਹੋ, ਜਿੱਥੇ ਇਨ ਐਕਚੁਅਲ ਫੈਕਟ ਅਕਾਲ ਤਖਤ ਸਾਹਿਬ ਹੈ, ਜਿੱਥੇ ਤਖਤ ਸਾਹਿਬ ਹੈ, ਉੱਥੇ ਮੰਜੀ ਸਾਹਿਬ ਤੇ ਪ੍ਰਕਾਸ਼ ਹੀ ਕੇਵਲ ਹਥਿਆਰ ਹੁੰਦੇ ਨੇ। ਉੱਥੇ ਕੋਈ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਥੋੜਾ ਪਰੇ ਤੇ ਨੀਵੇਂ ਥਾਂ ਆ। ਜਦੋਂ ਮਰਜ਼ੀ ਜਾ ਕੇ ਤੁਸੀਂ ਵੇਖ ਸਕਦੇ ਹੋ। ਔਰ ਇੱਥੇ ਨਹੀਂ ਇਕੱਲੀ ਗੱਲ, ਕੱਲੇ ਅਕਾਲ ਤਖਤ ਸਾਹਿਬ ਦੇ ਉੱਤੇ ਨਹੀਂ, ਅਕਾਲ ਤਖਤ ਸਾਹਿਬ ਦੇ ਇੰਨੀ ਮਰਿਆਦਾ ਹੈ, ਉੱਥੇ ਪੈਂਟ ਪਾ ਕੇ ਕੋਈ ਮਨੁੱਖ ਨਹੀਂ ਜਾ ਸਕਦਾ। ਅੰਮ੍ਰਿਤਧਾਰੀ ਹੋਣਾ ਭਾਵ ਉਹਦੇ ਕੋਲ ਸ਼ਸਤਰ ਜ਼ਰੂਰ ਹੋਣਾ ਚਾਹੀਦਾ। ਜੇ ਉਸ ਤਖਤ ਸਾਹਿਬ ਤੇ ਜਾਣਾ ਹੈ ਤਾਂ ਉਹਦੇ ਕੋਲ ਕਿਰਪਾਨ ਜ਼ਰੂਰ ਹੋਣੀ ਚਾਹੀਦੀ ਹੈ, ਉਹਦੇ ਕੋਲ ਸ਼ਸਤਰ ਹੋਣਾ ਚਾਹੀਦਾ। ਬਿਨਾਂ ਸ਼ਸਤਰ ਤੋਂ ਅਕਾਲ ਤਖਤ ਸਾਹਿਬ ਤੇ ਤੁਸੀਂ ਉਸ ਥਾਂ ਤੇ ਚੜ੍ਹ ਨਹੀਂ ਸਕਦੇ, ਜਾ ਨਹੀਂ ਸਕਦੇ। ਫਿਰ ਕੱਲਾ ਅਕਾਲ ਤਖਤ ਸਾਹਿਬ ਨਹੀਂ, ਜਿਹੜੇ ਦੂਜੇ ਵੀ 4 ਤਖਤ ਨੇ, ਹਜੂਰ ਸਾਹਿਬ ਹੈ, ਕੇਸਗੜ੍ਹ ਸਾਹਿਬ ਹੈ, ਪਟਨਾ ਸਾਹਿਬ ਹੈ, ਇਹਨਾਂ ਸਾਰਿਆਂ ਤਖਤਾਂ ਤੇ ਜਿੱਥੇ ਐਕਚੁਅਲ ਤਖਤ ਸਾਹਿਬ ਨੇ ਉਹਨਾਂ ਤੇ ਕੇਵਲ ਔਰ ਕੇਵਲ ਸ਼ਸਤਰ ਪ੍ਰਕਾਸ਼ ਹੁੰਦੇ ਨੇ ਔਰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਾਹਰ ਤੇ ਨੀਵੀਂ ਜਗ੍ਹਾ ਤੇ ਥੋੜੇ ਨਾਲ ਲੱਗਦੇ ਆ। ਮੈਂ ਨਾਂ ਲੈਨੇ ਕੇਸਗੜ੍ਹ ਸਾਹਿਬ, ਅਕਾਲ ਤਖਤ ਸਾਹਿਬ, ਪਟਨਾ ਸਾਹਿਬ, ਹਜੂਰ ਸਾਹਿਬ, ਤੁਸੀਂ ਜਾ ਕੇ ਵੇਖ ਸਕਦੇ ਹੋ। ਉਹਨਾਂ ਤੇ ਕੇਵਲ ਤਖਤ ਤੇ ਪ੍ਰਕਾਸ਼ ਹੀ ਸ਼ਸਤਰ ਹੁੰਦੇ ਨੇ। ਕੌਣ ਕਹਿ ਸਕਦਾ ਸ਼ਸਤਰ ਲੈ ਕੇ ਅਸੀਂ ਤਖਤ ਤੇ ਨਹੀਂ ਜਾ ਸਕਦੇ? ਕਿਹਨੂੰ ਇਹ ਇਤਰਾਜ਼ ਹੈ? ਇਹ ਤੇ ਗੁਰੂ ਸਾਹਿਬਾਨ ਨੇ ਪਿਰਤ ਪਾਈ। ਹਾਂ, 5ਵਾਂ ਤਖਤ ਜੋ ਖਾਲਸੇ ਪੰਥ ਨੇ ਬਣਾਇਆ, ਦਮਦਮਾ ਸਾਹਿਬ, ਉੱਥੇ ਜ਼ਰੂਰ ਪ੍ਰਕਾਸ਼ ਜਿਹੜਾ ਸ਼ਸਤਰਾਂ ਦਾ ਉਹ ਵੀ ਹੁੰਦਾ, ਪਰ ਉਹ ਲਾਗੇ ਹੁੰਦਾ, ਨਾਲ ਹੁੰਦਾ। ਇੱਥੇ ਜੇ ਗੱਲ ਕਰੀਏ ਆਪਾਂ ਸੰਤਾਂ ਨੂੰ ਫੜਨ ਦੀ, ਸ਼ਸਤਰਾਂ ਦੀ ਗੱਲ ਆਪਾਂ ਇਹ ਤੋਂ ਹੋਰ ਕਰ ਲਈਏ। ਸ਼ਸਤਰ ਸਾਡਾ ਨਿਸ਼ਾਨ ਸਾਹਿਬ ਨਹੀਂ ਚੜ੍ਹਦਾ ਜਿੰਨੀ ਦੇਰ ਤੱਕ ਉਹਦੇ ਉੱਤੇ ਸਿਰੇ ਦੇ ਉੱਤੇ ਖੰਡਾ ਨਹੀਂ, ਸ਼ਸਤਰ ਨਹੀਂ। ਸਾਡਾ ਅਰਦਾਸ ਕਰਦਿਆਂ ਕੜਾਹ ਪ੍ਰਸ਼ਾਦ ਉਨੀ ਦੇਰ ਤੱਕ ਪ੍ਰਵਾਨ ਨਹੀਂ ਹੁੰਦਾ, ਉਨੀ ਦੇਰ ਤੱਕ ਵਰਤਾਇਆ ਨਹੀਂ ਜਾਂਦਾ ਜਿੰਨੀ ਦੇਰ ਤੱਕ ਉਹ ਸ਼ਸਤਰ ਦੀ ਭੇਟ ਨਹੀਂ ਚੜ੍ਹਦਾ। ਸਿੱਖ ਉਨੀ ਦੇਰ ਤੱਕ ਅੰਮ੍ਰਿਤ ਛਕ ਨਹੀਂ ਸਕਦਾ, ਛਕਾ ਨਹੀਂ ਸਕਦਾ ਜਿੰਨੀ ਦੇਰ ਤੱਕ ਉਹ ਸ਼ਸਤਰ ਧਾਰੀ ਨਹੀਂ, ਕਿਰਪਾਨ ਉਹਦੇ ਗਾਤਰੇ ਵਿੱਚ ਨਹੀਂ।
ਤੇ ਸ਼ਸਤਰ ਕਿੱਦਾਂ ਆਪਾਂ ਆਖਦੇ ਹਾਂ ਵੀ ਆਪਾਂ ਰੱਖ ਨਹੀਂ ਸਕਦੇ ਜਾਂ ਕਰ ਨਹੀਂ ਸਕਦੇ। ਸ਼ਸਤਰ ਜਿਹੜੇ ਉਹਦੇ ਨਾਲ ਮੈਂ ਕਹੀ ਵੀ ਬੇਨਤੀ ਕਰਾਂ ਵੀ ਸੰਤਾਂ ਨੂੰ ਫੜਨ ਲਈ ਹੀ ਨਹੀਂ ਜਾਂ ਸੰਤਾਂ ਦੇ ਸ਼ਸਤਰਾਂ ਕਰਕੇ ਹੀ ਹਮਲਾ ਜਿਹੜਾ ਉਹ ਨਹੀਂ ਹੋਇਆ ਖਿਮਾ ਕਰਨੀ। ਜੇ ਇਹ ਗੱਲ ਨੂੰ ਆਪਾਂ ਸੱਚ ਮੰਨ ਲਈਏ ਜਾਣ ਲਈਏ ਤੇ 38 ਹੋਰ ਗੁਰਦੁਆਰਿਆਂ ਤੇ ਪਲੱਸ 38 ਹੋਰ ਜਿਹੜੇ ਪਿੰਡਾਂ ਵਿੱਚ ਵੱਡੇ ਗੁਰਦੁਆਰੇ ਉਹਨਾਂ ਦੇ ਉੱਤੇ ਜਿਹੜੇ ਟੈਂਕ ਤੋਪਾਂ ਚਾੜੇ ਗਏ, ਉੱਥੋਂ ਕਿਹਨੂੰ ਲੱਜਦੇ ਸਨ? ਉੱਥੇ ਕੀ ਸੰਤ ਬਾਬਾ ਜਰਨੈਲ ਸਿੰਘ ਸਾਰੀ ਥਾਵਾਂ ਤੇ ਰੂਪ ਬਟਾ ਕੇ ਬੈਠੇ ਸਨ ਕਿ ਉੱਥੇ ਇਹਨਾਂ ਦੇ ਸਾਰੇ ਪੈਰੋਕਾਰ ਜਿਹੜੇ ਹਰ ਗੁਰਦੁਆਰੇ 'ਚ ਪਿੰਡਾਂ ਵਿੱਚ ਵਿਛ ਗਏ ਸਨ? ਐਸਾ ਨਹੀਂ। ਦੇਖੋ ਟੈਂਕ ਤੋਪਾਂ ਬਖਤਰਬੰਦ ਗੱਡੀਆਂ ਸਾਰਿਆਂ ਲੋਕਲ ਗੁਰਦੁਆਰਿਆਂ ਦੇ ਉੱਤੇ ਲਾ ਦਿੱਤੀਆਂ, ਕੁਛ ਇੱਕ ਦੀਆਂ ਕੰਧਾਂ ਵੀ ਢਾਹ ਦਿੱਤੀਆਂ ਗਈਆਂ। ਇਹ ਸੰਤਾਂ ਨੂੰ ਫੜਨ ਲਈ ਨਹੀਂ ਸੀ। ਹੁਣ AR ਦਰਸ਼ੀ ਜਿਹੜਾ ਰਿਟਾਇਰ ਹੋਇਆ ਜੁਆਇੰਟ ਸਕੱਤਰ ਦੇ ਅਹੁਦੇ ਤੋਂ ਪੰਜਾਬ ਸਰਕਾਰ ਤੋਂ ਔਰ PCS ਆਫੀਸਰ ਸੀ, ਜਿਹਨੇ ਬੁੱਕ ਵੀ ਲਿਖੀ ਆ ਗਲੈਂਡ ਡਿਫੈਂਡਰ, ਮੈਂ ਬੇਨਤੀ ਕਰਾਂ ਉਹਦੀ ਆਪਣੀ ਲਿਖਤ ਅਨੁਸਾਰ ਜਦੋਂ ਹਰਿਮੰਦਰ ਸਾਹਿਬ ਤੇ ਹਮਲਾ ਹੋਇਆ, ਅੰਮ੍ਰਿਤਸਰ ਸਾਹਿਬ ਤੋਂ 25 ਕਿਲੋਮੀਟਰ ਦੂਰ ਗੋਲੇਵਾਲ ਪਿੰਡ ਦੇ ਲਾਗੇ ਤਕਰੀਬਨ 50,000 ਦੇ ਲਗਭਗ ਸਿੱਖਾਂ ਦਾ ਇਕੱਠ ਹੋਇਆ। ਜਦੋਂ ਇਹਨਾਂ ਨੂੰ ਪਤਾ ਲੱਗਾ, ਇਹਨਾਂ ਨੇ ਵਖਤਰਬੰਦ ਗੱਡੀਆਂ ਤੋਪਾਂ ਗੰਨਾਂ ਬੀੜ ਕੇ 50,000 ਲੋਕਾਂ ਦੇ ਇਕੱਠ ਦੇ ਉੱਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਤਿੱਤਰ ਬਿੱਤਰ ਕੀਤਾ, ਦੌੜਾਇਆ। 30,000 ਦਾ ਇਕੱਠ ਸਿੱਖਾਂ ਦਾ ਗੁਰਦਾਸਪੁਰ ਸਾਹਿਬ ਹੋਇਆ, 20,000 ਦਾ ਇਕੱਠ ਚੌਂਕ ਮਹਿਤੇ ਹੋਇਆ, 30,000 ਤੋਂ ਉੱਪਰ ਹਰੀਕੇ ਪੱਤਣ ਤੇ ਇਕੱਠ ਹੋਇਆ ਤੇ ਉਹਨਾਂ ਸਾਰਿਆਂ ਤੇ ਉੱਪਰੋਂ ਹੈਲੀਕਾਪਟਰ ਚਾੜ ਕੇ ਹੈਲੀਕਾਪਟਰਾਂ ਨਾਲ ਬਰਸਟ ਮਾਰ ਕੇ ਟੈਂਕਾਂ ਤੋਪਾਂ ਨਾਲ ਗੱਡੀਆਂ ਦੇ ਉੱਤੇ ਚੜ੍ਹ ਕੇ ਗੱਡੀਆਂ ਮਸ਼ੀਨ ਗੰਨਾਂ ਬੀੜ ਕੇ ਜਿਹੜਾ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਗਈ। ਕਿ ਇਹਨਾਂ ਸਾਰਿਆਂ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਨੂੰ ਲੱਜ ਰਹੇ ਸਨ ਕਿ ਇਹ ਸਾਰਾ ਕੁਝ ਜੋ ਕੁਝ ਹੋਇਆ ਇਹ ਸੰਤਾਂ ਨੂੰ ਫੜਨ ਲਈ ਹੋਇਆ? ਸੰਤ ਤੇ ਬੈਠੇ ਨੇ, ਮੰਨ ਲਓ ਅਕਾਲ ਤਖਤ ਸਾਹਿਬ ਬੈਠੇ ਨੇ, ਉਹਨਾਂ ਦੇ ਨਾਲ ਦੇ ਸੰਗੀ ਸਾਥੀ ਵੀ ਅਕਾਲ ਤਖਤ ਸਾਹਿਬ ਬੈਠੇ ਨੇ, ਤੁਸੀਂ ਆਪਣਾ ਸਾਰਾ ਹੀਲਾ ਹਰਬਾ ਵਰਤ ਲਿਆ। ਜੇ ਇਹ ਵੀ ਮੰਨ ਲਈਏ ਵੀ ਇਸ ਕਾਰਨ ਕਰਕੇ ਹੋਇਆ ਤੇ ਸੰਤ ਤੇ ਉੱਥੇ ਨਹੀਂ ਸਨ, ਜਿਹੜੇ 38 ਗੁਰਦੁਆਰੇ ਉੱਥੇ ਤੇ 30-35 ਤੋਂ ਉੱਪਰ ਗੁਰਦੁਆਰੇ ਵਾਕਈ ਜਿਨ੍ਹਾਂ ਦੇ ਉੱਤੇ ਫੇਰ ਉੱਥੇ ਬਖਤਰਬੰਦ ਗੱਦੀਆਂ ਟੈਂਕ ਚਾੜੇ ਗਏ, ਮਸ਼ੀਨ ਗੰਨਾਂ ਵੀੜੀਆਂ ਗਈਆਂ, ਉੱਥੇ ਕੌਣ ਸੀ? ਆਹ 50,000 ਦੇ ਇਕੱਠ ਚੋਂ, 30,000 ਦੇ ਇਕੱਠ ਤੋਂ, 20,000 ਦੇ ਇਕੱਠ ਚੋਂ ਜਿਹੜਾ ਹੈਗਾ ਇਹ ਇੱਥੋਂ ਕੀ ਲੱਜਦੇ ਸਨ? ਇਹਦੇ ਸੰਤਾਂ ਨੂੰ ਫੜਨ ਲਈ ਨਹੀਂ ਸੀ। ਇੱਥੇ ਗੋਲੀਆਂ ਚਲਾਉਣ ਦਾ, ਮਾਰਨ ਦਾ, ਜਿਨ੍ਹਾਂ ਦਾ ਅੱਜ ਤੱਕ ਮੁੜ ਕੇ ਕੋਈ ਹਿਸਾਬ ਨਹੀਂ।